कर दिता है। हुण आपां अगले टॉपिक वाल चलदे हां। अगले बुलारे साडे भाई सुखदेव सिंह हुणी गुरुद्वारियां दा प्रबंध ते डेराबाद उहदे उपर गलबात करनगे। धन्नवाद जी। परम सन्मानयोग गुरु रूप खालसा जी, वाहिगुरू जी का खालसा, वाहिगुरू जी की फतेह। मैं अपनी गल करन तो पहलां सरबजीत सिंह हुणां दी गल च एक गल शामिल करनी चाहुंदा। ऐसे साल पाकिस्तान गुरुद्वारा प्रबंधक कमेटी ने जिहड़ा गुरु अर्जन पातशाह दा गुरपुरब सीगा ਉਹ ਨਾਨਕਸ਼ਾਹੀ ਕੈਲੰਡਰ ਨਾਲ ਮਨਾਉਣਾ ਸੀ ਤੇ ਸਾਡੀਆਂ ਸੰਗਤਾਂ ਜਿਹੜੇ ਆਪਣੇ ਭਾਰਤ ਦੇਸ਼ ਵਿੱਚ ਕੈਲੰਡਰ ਆ ਉਹਦੇ ਅਨੁਸਾਰ ਵੀਜ਼ਾ ਲੈਣ ਚਲੇ ਗਈਆਂ ਤੇ ਉਹ ਬੜੀ ਵੱਡੀ ਪ੍ਰੋਬਲਮ ਖੜੀ ਹੋ ਗਈ। ਸਰਦਾਰ ਬਿਸ਼ਨ ਸਿੰਘ ਜੀ ਜਿਹੜੇ ਸਾਬਕਾ ਪ੍ਰਧਾਨ ਨੇ ਕਮੇਟੀ ਦੇ ਪਾਕਿਸਤਾਨ ਦੇ, ਉਹਨਾਂ ਨੇ ਫਿਰ ਅਪੀਲ ਕੀਤੀ ਕਿਉਂਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਦੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਸੰਬੰਧ 'ਚ ਗਏ ਸਨ ਉਦੋਂ ਉਹਨਾਂ ਨਾਲ ਕਮਿਟਮੈਂਟ ਕਰਕੇ ਆਏ ਸੀ ਕਿ ਮੈਂ ਇਸ ਮਸਲੇ ਨੂੰ हल करांगा, पर अफसोस कोई नहीं सुनता। रब रखा इस पंथ का। जिहड़ी जिम्मेवारी मैनू अज मिली आ वो आप ही गुरमत दे उत्ते जो डेरावाद भारू आ भी उसदा कारण की आ, किन्ना किन्ना ने इस गुरमत नू जदों असीं देखदे हां भी गुरु नानक ने निर्मल पंथ चलाया और इस निर्मल पंथ चलाउण लई ਉਹਨਾਂ ਨੂੰ ਬਹੁਤ ਸਖਤ ਮਿਹਨਤ ਕਰਨੀ ਪਈ, ਸ਼ਹਾਦਤਾਂ ਹੋਈਆਂ, ਫਿਰ ਜਾ ਕੇ ਇਹ ਸਿਧਾਂਤ ਲਾਗੂ ਹੋਏ ਔਰ ਉਸ ਸਿਧਾਂਤ ਨੂੰ ਕਲੀਅਰ ਕਰਨ ਵਾਸਤੇ ਉਹ ਵੱਖ-ਵੱਖ ਧਰਮਾਂ ਦੇ ਹਰ ਫਿਰਕੇ ਕੋਲ ਗਏ। ਜੋਗੀਆਂ ਕੋਲ, ਸਿੱਧਾਂ ਕੋਲ, ਮੌਲਵੀਆਂ ਕੋਲ, ਮੱਕੇ ਤੱਕ, ਜਗਨਨਾਥਪੁਰੀ, ਇੱਕ ਵੀ ਇਹੋ ਜਿਹਾ ਧਾਰਮਿਕ ਸਥਾਨ ਨਹੀਂ ਸੀ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪ ਪਹੁੰਚ ਕੇ ਜੋ ਧਰਮ ਕਰਾਏ ਕਰਮ ਤੁਰੋਂ ਫਰਮਾਇਆ। ਕਿਉਂਕਿ ਪੰਥ ਵਿੱਚ ਜਦੋਂ ਗੱਲ ਹੁੰਦੀ ਆ ਅਸੀਂ ਜੀ ਪੁਰਾਤਨ ਰਹਿਤ ਮਰਿਆਦਾ ਨੂੰ ਮੰਨਦੇ ਹਾਂ ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਮੈਂ ਤਾਂ ਤੁਸੀਂ ਪੁਰਾਤਨਤਾ ਛੱਡੋ, ਮੈਂ ਤਾਂ ਤੁਹਾਨੂੰ ਐਨ ਧੁਰਨਾ ਜੋੜ ਦਿੰਦਾ ਆ। ਵਿੱਚੋਂ ਪੁਰਾਤਨਤਾ ਤਾਂ ਕੱਢ ਹੀ ਦਿੱਤੀ ਸਾਰੀ। ਪੁਰਾਤਨਤਾ ਤੋਂ ਭਾਵ ਜਿਹੜੇ ਸਥਾਪਿਤ ਧਰਮ ਸੀਗੇ, ਚਾਹੇ ਉਹ ਮੁਸਲਿਮ ਸੀ ਜਾਂ ਉਸ ਵੇਲੇ ਪ੍ਰਮੁੱਖ ਧਰਮ ਦੋ ਹੀ ਸੀਗੇ ਹਿੰਦੁਸਤਾਨ ਦੀ ਧਰਤੀ 'ਤੇ, ਹਿੰਦੂ ਮਤ ਸੀ ਅਤੇ ਇਸਲਾਮ ਮਤ ਸੀ। ਅਤੇ ਉਹਨਾਂ ਦੀਆਂ ਤਮਾਮ ਮਰਿਆਦਾਵਾਂ, ਉਹਨਾਂ ਦੀਆਂ ਜੋ ਰਵਾਇਤਾਂ ਸਨ, ਉਹਨਾਂ ਨੂੰ ਬਾਦਲੀਲ ਬਿਲਕੁਲ ਹੱਥ 'ਤੇ ਸਰੋਂ ਜਮਾ ਕੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਵੀ ਉਹਨਾਂ 'ਤੇ ਪਰਉਪਕਾਰ ਕੀਤਾ। ਉਹਨਾਂ ਨੂੰ ਸਮਝਾਇਆ ਵੀ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ, ਵੀ ਇਹ ਫੋਕਟ ਨਿਸ਼ਚੋ ਕਰਮ ਜਿਹੜੇ ਆ ਨਾ ਇਹ ਛੱਡ ਦਿਓ। ਮੁਸਲਮਾਨ ਵੀਰਾਂ ਨੂੰ ਵੀ ਸਮਝਾਇਆ ਵੀ ਜੇ ਤੁਸੀਂ ਨਮਾਜ਼ ਹੀ ਪੜ੍ਹਨੀ ਤਾਂ ਇੱਦਾਂ ਦੀ ਪੜ੍ਹ ਲਓ। ਹਿੰਦੂ ਵੀਰਾਂ ਨੂੰ ਵੀ ਕਿਹਾ ਵੀ ਦਿਆ ਕਪਾਹ ਸੰਤੋ, ਇੱਕੋ ਜਿਹਾ ਸਰਬ ਸਾਂਝਾ ਉਪਦੇਸ਼ ਦਿੱਤਾ। ਪਰ ਉਹਨਾਂ ਲੋਕਾਂ ਨੂੰ ਇਹ ਗੱਲ, ਕਿਉਂਕਿ ਜਿਹੜੀ ਮਾਨਸਿਕਤਾ ਬਦਲਣੀ ਹੈ ਨਾ ਬੰਦੇ ਦੀ, ਇਹ ਬਹੁਤ ਔਖੀ ਆ। ਸਦੀਆਂ ਤੋਂ ਜੋ ਜਿੰਨਾ ਉਹ ਵਿਚਾਰਧਾਰਾ ਵਿੱਚ ਫਸੇ ਸੀ, ਉਹਨਾਂ ਦੀਆਂ ਮਾਨਤਾਵਾਂ ਨੂੰ ਮੰਨਦੇ ਸੀ, ਉਹ ਮੰਨੀ ਜਾ ਰਹੇ ਸਨ ਅਤੇ ਬਹੁਤ ਥੋੜ੍ਹੇ ਲੋਕ ਜਿਹੜੇ ਸੀ ਉਹ ਗੁਰੂ ਨਾਨਕ ਸਾਹਿਬ ਦੇ ਨਾਲ ਸਹਿਮਤ ਹੋਏ। ਬਹੁਤ ਉਂਗਲਾਂ 'ਤੇ ਗਿਣੇ ਜਾਣ ਵਾਲੇ, ਕਿਉਂਕਿ ਉਹ ਆਬਾਦੀ ਦੇ ਹਿਸਾਬ ਨਾਲ ਤਾਂ ਉਹ ਬਹੁਤ ਥੋੜ੍ਹੇ ਸੀ। ਉਹਨਾਂ ਨੇ ਵੇਖਿਆ ਵੀ ਇਹ ਬੰਦਾ ਸਾਡੇ ਹਰ ਇੱਕ ਕਰਮ ਕਾਂਡ ਨੂੰ ਚੈਲੰਜ ਕਰ ਰਿਹਾ ਔਰ ਬਾਦਲੀਲ ਉਹਨਾਂ ਨੇ 10 ਗੁਰੂਆਂ ਦੀ ਕੀਤੀ ਘਾਲਣਾ ਅਤੇ ਇਹਦੇ ਵਿੱਚ ਜਿਹੜੇ ਬਾਕੀ ਸੰਤ ਭਗਤ ਸਨ ਹੋਰਨਾਂ ਇਲਾਕਿਆਂ ਦੇ ਵਿੱਚ, ਉਹਨਾਂ ਵੱਲੋਂ ਜਿਹੜੀ ਵਿਚਾਰਧਾਰਾ ਲੋਕਾਂ ਨੂੰ ਦਿੱਤੀ ਗਈ ਉਹਦੀ ਜ਼ਬਰਦਸਤ ਤਰੀਕੇ ਨਾਲ ਵਿਰੋਧਤਾ ਕੀਤੀ। ਮੁਗਲਾਂ ਨੇ ਸਾਨੂੰ ਫਿਜ਼ੀਕਲੀ ਕਿਰਪਾਨ ਨਾਲ ਮਾਰਿਆ। ਆਹ ਜਿਹੜਾ ਮਤ ਸੀ ਨਾ, ਜਿਹਦੇ ਬਾਰੇ ਗੁਰੂ ਨਾਨਕ ਨੇ ਲਿਖਿਆ ਵੀ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਹੈ ਰਾਮ ਕੇ ਪਿੰਡ ਪੁਰਾਣ, ਇੱਕ ਫਿਰਕੇ ਨੇ ਸਾਨੂੰ ਵਿਚਾਰਧਾਰਾ ਦੇ ਨਾਲ ਮਾਰਨਾ ਸ਼ੁਰੂ ਕੀਤਾ। ਔਰ ਵੈਸੇ ਮੈਨੂੰ ਤਾਂ ਇੱਦਾਂ ਲੱਗਦਾ ਆ ਵੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਵੇਲੇ ਹੀ ਸ਼੍ਰੀ ਚੰਦ ਨੂੰ ਆਪਣੇ ਨਾਲ ਰਲਾ ਲਿਆ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ ਪੈਦਾ ਹੋਇਆ ਪੁੱਤਰ
ਹਜੇ ਹੁਣੇ ਨਵਾਂ ਤਾਂ ਧਰਮ ਤੁਰਿਆ ਸੀ ਜਾਂ ਮਤ ਚੱਲਿਆ ਸੀ, ਤੇ ਇੱਕਦਮ ਦੂਜੇ ਮਤ ਦੀ ਕੀ ਲੋੜ ਪੈ ਗਈ ਜੀ? ਵੀ ਇਹ ਬਰਾਗੀ ਮਤ ਜਾਂ ਦੂਸਰਾ ਕੀ ਨਾਂ ਸੀ ਉਹਦਾ, ਉਦਾਸੀ ਮਤ ਸ਼ੁਰੂ ਕਰਨ ਦੀ? ਵੀ ਗੁਰੂ ਨਾਨਕ ਦੇ ਧਰਮ ਦੇ ਵਿੱਚ ਕਿਹੜੀ ਇਹੋ ਜਿਹੀ ਕਮੀ ਸੀ ਵੀ ਜਿਹੜਾ ਉਦਾਸੀ ਮਤ ਸ਼ੁਰੂ ਕਰਨਾ ਪੈ ਗਿਆ ਜੀ? ਜੋ ਗੁਰਬਾਣੀ ਕਹਿੰਦੀ ਵੀ ਸਿਫਤੀ ਰੱਤਾ ਸਦ ਵੈਰਾਗੀ, ਤੇ ਜਿੱਦਾਂ ਦਾ ਵਿਰਾਗ ਗ੍ਰਸਥ ਧਰਮ 'ਚ ਰਹਿ ਕੇ ਸਾਨੂੰ ਸਿਖਾਇਆ, ਤੇ ਉਦੋਂ ਵੱਡਾ ਵਿਰਾਗ ਕਿਹੜਾ ਸੀ? ਵੀ ਸ਼੍ਰੀ ਚੰਦ ਨੇ ਵਿਆਹ ਵੀ ਨਹੀਂ ਕਰਾਇਆ, ਸਿਰ 'ਚ ਸਵਾਹ ਪਾ ਲਈ, ਜਨੇਊ ਪਾ ਲਿਆ, ਲੰਗੋਟ ਲਾ ਲਿਆ, ਤੇ ਗੁਰੂ ਨਾਨਕ ਸਾਹਿਬ ਤੇ ਇਹਦੇ ਦੇ ਖਿਲਾਫ ਬੋਲ ਰਹੇ ਨੇ। ਉਹਨਾਂ ਨੇ ਉਦੋਂ ਹੀ ਸਾਡੀ ਜੜ ਨੂੰ ਹੱਥ ਪਾ ਲਿਆ ਸੀ, ਪਰ ਫਿਰ ਵੀ ਗੁਰੂ ਸਾਹਿਬਾਨ ਨੇ ਬੜੀ ਜਦੋਜਹਿਦ ਕੀਤੀ। ਮੈਂ ਹੁਣ ਜੋ ਉਦੋਂ ਤੋਂ ਇਹ ਸ਼ੁਰੂ ਹੋਇਆ, ਤੇ ਮੈਂ ਹੁਣੇ ਵੇਖਿਆ ਇੰਟਰਨੈਟ 'ਤੇ ਵੀ 1898 ਵਿੱਚ ਕਾਹਨ ਸਿੰਘ ਨਾਭੇ ਨੂੰ ਇਹ ਗੱਲ ਲਿਖਣੀ ਪਈ ਵੀ ਇਹਦਾ ਮਤਲਬ ਵੀ ਕੋਈ ਨਾ ਕੋਈ ਚੀਜ਼ ਸੀ ਜਿਹੜੀ ਸਾਨੂੰ ਇਹਦੇ ਵਿੱਚ ਵਿਪਰਵਾਦ ਦੇ ਵਿੱਚ ਧੱਕ ਕੇ ਲੈ ਗਈ, ਤੇ ਉਹਨਾਂ ਨੂੰ ਇਹ ਲਿਖਣਾ ਪਿਆ ਵੀ ਹਮ ਹਿੰਦੂ ਨਹੀਂ। ਕਿੱਡੀ ਵੱਡੀ ਕਿਤਾਬ, ਔਰ ਉਸ ਕਿਤਾਬ ਨੂੰ ਛਪਾਉਣ ਲਈ ਵੀ ਜਦੋਜਹਿਦ ਕਰਨੀ ਪਈ। ਉਹਨਾਂ ਨੂੰ ਆਪਣਾ ਸਾਰਾ ਸਾਹਿਤ ਛਪਾਉਣ ਲਈ ਵੀ ਅਜੇ ਵੀ ਉਹਨਾਂ ਦੇ ਪਰਿਵਾਰ 'ਚੋਂ ਇੱਥੇ SP ਰਹਿੰਦੇ ਨੇ ਐਲਸ ਬਰੰਟੇ, ਉਹਨਾਂ ਕੋਲ ਹੱਲੇ ਵੀ ਉਹਨਾਂ ਦੇ ਖਰੜੇ ਪਏ ਆ ਜਿਹੜੇ ਛਪ ਨਹੀਂ ਸਕੇ। ਤੁਸੀਂ ਅੰਦਾਜ਼ਾ, ਜਿਹੜਾ ਬੰਦਾ ਗੁਰਮਤ ਦੀ ਗੱਲ ਕਰੂਗਾ, ਬਾਹਰਲਿਆਂ ਨੇ ਤਾਂ ਵਿਰੋਧਤਾ ਕਰਨੀ ਆ, ਪਰ ਸਾਨੂੰ ਅਫਸੋਸ ਪਤਾ ਕਦੋਂ ਹੁੰਦਾ ਹੈ? ਜਦੋਂ ਆ ਸਾਡੇ ਵਿੱਚ ਬੈਠੇ ਸਾਡਾ ਬੇੜਾ ਗਰਕ ਕਰਨ ਲੱਗੇ ਹੋਏ। ਮੈਂ ਬੇੜਾ ਗਰਕ ਅੱਖਰ ਵੈਸੇ ਮਾੜਾ ਆ, ਪਰ ਮੈਨੂੰ ਵਰਤਣਾ ਪੈਣਾ ਹੁਣ, ਔਰ ਕਰ ਦਿੱਤਾ ਹੋਇਆ ਆ। ਕੈਲੰਡਰ ਦੀ ਗੱਲ ਹੈ ਜੀ, ਅਸੀਂ ਬਿਕਰਮੀ ਕੈਲੰਡਰ ਨੂੰ ਮੰਨਣਾ ਹੈ। ਕਿ ਤੁਹਾਨੂੰ ਨਾਨਕ ਨਹੀਂ ਚੰਗਾ ਲੱਗਦਾ? ਬਿਕਰਮੀ ਰਾਜਾ ਤਾਂ ਉਹਨਾਂ ਦਾ ਵੀ ਅਸੀਂ ਕਿਉਂ ਮੰਨੀਏ ਬਈ? ਚਲੋ ਉਹਨਾਂ ਨੂੰ ਮੁਬਾਰਕ ਆ, ਮੰਨਣ ਜੀ ਸਦਕੇ ਮੰਨਣ। ਵੀ ਸਾਨੂੰ ਕੀ ਇਹ ਵਿਪਤਾ ਪਈ ਹੋਈ ਆ ਵੀ ਅਸੀਂ ਜਦੋਂ ਸਾਡਾ ਜਿਹੜੀ ਪਿਛਲੇ 50 ਵਰ੍ਹਿਆਂ ਦੀ ਜਦੋਜਹਿਦ ਆ, ਉਹਦੇ ਵਿੱਚ ਉਸ ਅਨੰਦਪੁਰ ਸਾਹਿਬ ਦੇ ਮਤੇ ਦੀ ਜਦੋਜਹਿਦ ਦੇ ਵਿੱਚ, ਜਿਹਦੇ ਪਿੱਛੇ ਅਸੀਂ 35-36 ਹਜ਼ਾਰ ਬੰਦਾ ਮਰਵਾ ਬੈਠੇ ਆ, ਤੇ ਪੱਲੇ ਸਾਡੇ ਕੁਝ ਵੀ ਨਹੀਂ ਪਿਆ, ਅੱਖਾਂ ਮੀਟ ਕੇ ਅੰਨ੍ਹੇਵਾਹ ਟੱਕਰਾਂ ਮਾਰੀਆਂ ਅਸੀਂ। ਤੇ ਉਹਦੇ ਵਿੱਚ ਇੱਕ ਗੱਲ ਸੀ ਵੀ ਅਸੀਂ ਹਿੰਦੂ ਮਤ ਦਾ ਹਿੱਸਾ 25 ਜਾਂ ਇਹ ਧਾਰਾ ਆ ਉਹਦੇ 'ਚ, ਵੀ ਤੁਸੀਂ ਜੇ ਆਪਣੇ ਆਪ ਨੂੰ ਵਿਲੱਖਣ ਗਿਣਦੇ ਆ, ਗੁਰੂ ਨਾਨਕ ਸਾਹਿਬ ਨੇ ਕਿਸੇ ਪੱਖ ਤੋਂ ਵੀ ਸਾਨੂੰ ਕਿਸੇ ਤੇ ਡਿਪੈਂਡੈਂਟ ਨਹੀਂ, ਕਿਸੇ ਸੋ ਵਿਚਾਰਧਾਰਾ ਤੇ ਡਿਪੈਂਡੈਂਟ ਨਹੀਂ ਰਹਿਣ ਦਿੱਤਾ। ਹਰ ਚੀਜ਼ ਉਹਨਾਂ ਨੇ ਵਿਲੱਖਣ ਦਿੱਤੀ, ਹਰ ਇੱਕ ਚੀਜ਼, ਪਹਿਰਾਵਾ, ਖਾਣ ਪੀਣ, ਲਿਬਾਸ, ਸਭ ਕੁਝ, ਸੋਚ ਵਿਚਾਰ, ਗ੍ਰੰਥ, ਪੰਥ, ਨਿਸ਼ਾਨ ਸਾਹਿਬ। ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਕੌਮੀ ਪੱਖ ਤੋਂ ਹੀਣੀ ਹੋਵੇ? ਇੱਕ ਵੀ ਨਹੀਂ। ਤੇ ਫਿਰ ਅਸੀਂ ਹਿੰਦੂ ਕਿਵੇਂ? ਪਰ ਅਫਸੋਸ ਪਤਾ ਕਿਸ ਗੱਲ ਦਾ? ਉਹਦੇ ਵਿੱਚੋਂ ਸਿਰਫ ਮੈਂ 2 ਗੱਲਾਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਆ। 2 ਵੀ ਉਹ ਡੇਰਾਵਾਦ ਸੀ ਜਿਹੜਾ ਗੁਰਮਤ ਤੇ, ਕਿਵੇਂ ਇਹਨੂੰ ਹੌਲੀ ਵਿਪਰਵਾਦ ਦੇ ਵਿੱਚ ਲੈ ਗਿਆ। ਵੀ ਆਖਰ ਜਦੋਂ ਕਾਹਨ ਸਿੰਘ ਨਾਭੇ ਨੇ 1898 ਵਿੱਚ 125 ਵਰ੍ਹੇ ਪਹਿਲਾਂ ਕਿਤਾਬ ਲਿਖੀ, ਤੇ 125 ਵਰ੍ਹੇ ਪਹਿਲਾਂ ਉਦੋਂ ਤੱਕ ਅੰਗਰੇਜ਼ ਉਸ ਧਰਤੀ ਤੇ ਪੂਰਨ ਤੌਰ ਤੇ ਪੈਰ ਪਸਾਰ ਚੁੱਕਾ ਸੀ, ਔਰ ਉਹਨਾਂ ਨੇ ਸਾਨੂੰ ਸਟੱਡੀ ਕੀਤਾ ਚੰਗੀ ਤਰ੍ਹਾਂ, ਤੇ ਉਹਨਾਂ ਨੇ ਵੀ ਸਾਨੂੰ ਬੜੀ ਜ਼ਬਰਦਸਤ ਜਿਹੜੀ ਆ ਉਹ ਮਾਰ ਮਾਰੀ। ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਜੇ ਕਿਤੇ ਬਗਾਵਤੀ ਸੁਰ ਉੱਠਦੀ ਆ ਤਾਂ ਉਹ ਇਹਨਾਂ 'ਚ ਉੱਠਦੀ ਆ। ਉਹਨਾਂ ਨੇ ਵੀ ਸਾਨੂੰ ਸਾਡੀ ਅਸਲ ਵਿਲੱਖਣਤਾ ਤੋਂ ਤੋੜਨ ਲਈ ਉਹਨਾਂ ਨੇ ਸਾਨੂੰ ਵਿਪਰਵਾਦ ਵਿੱਚ ਉਹਨਾਂ ਨੇ ਕੁਝ ਬੰਦੇ ਸਾਡੇ ਤੋਂ ਪਿਕ ਕੀਤੇ, ਤੇ ਉਹਨਾਂ ਦੀਆਂ ਕਹਾਣੀਆਂ ਸਾਡੇ ਵਿੱਚ ਇਸ ਤਰ੍ਹਾਂ ਫਿੱਟ ਕੀਤੀਆਂ ਵੀ ਉਹਨਾਂ ਨੂੰ ਕਰਾਮਾਤੀ ਸਾਧ ਪੇਸ਼ ਕਰਕੇ। ਔਰ ਮੈਨੂੰ ਇਹ ਵੀ ਕਈ ਵਾਰ ਮੈਂ ਸੋਚਦਾ ਵੀ ਇਹ ਜਿੰਨੀਆਂ ਟਕਸਾਲਾਂ ਤੇ ਡੇਰੇ ਆ ਨਾ, ਇਹ ਸਤਲੁਜ ਤੋਂ ਪਾਰ ਹੀ ਬਣੇ ਆ ਸਾਰੇ। ਕਿਉਂਕਿ ਅੰਗਰੇਜ਼ ਜਿਹੜਾ ਸਤਲੁਜ ਤੱਕ ਮਤਲਬ ਬਾਕੀ ਪੰਜਾਬ 'ਚ 100 ਸਾਲ ਪਹਿਲਾਂ ਆ ਚੁੱਕਾ ਸੀ। ਉਹ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਸੀ ਕਿ ਉਹਨੇ 100 ਸਾਲ ਡੱਕ ਛੱਡਿਆ ਰੋਪੜ ਤੱਕ। ਤੇ ਉਹਨਾਂ ਨੇ ਫੁੱਲ ਤਿਆਰੀ ਕਰਕੇ ਜਿੰਨੇ ਅਨਮਤੀਏ ਗ੍ਰੰਥ ਆ, ਜਿਹੜਾ ਸੂਰਜ ਪ੍ਰਕਾਸ਼ ਆ ਨਾ ਜੀ, ਇਹ ਵੀ ਉੱਥੇ ਲਿਖਿਆ ਆ ਕੈਂਥਲ 'ਚ, ਸਭਰਾ ਸਾਹਿਬ ਨੂੰ ਪਤਾ ਹੈ। ਔਰ ਜੋ ਕੁਝ ਉਹਦੇ 'ਚ ਲਿਖਿਆ ਉਹੀ ਅੱਜ ਪੰਥ ਗੁਰਮਤ ਸਮਝ ਬੈਠੀ ਹੈ ਉਹਨੂੰ ਹੀ। ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਣ ਦਿੰਦੇ ਸਾਨੂੰ। ਜੋ ਅਨਮਤੀ ਗ੍ਰੰਥ ਜਿਹੜੇ ਉਹ ਲੋਕ ਲੈ ਕੇ ਆਏ, ਵਿਪਰਵਾਦੀ ਲੋਕ ਲੈ ਕੇ ਆਏ, ਉਹਨਾਂ ਨੇ ਇਸ ਨੂੰ ਗੁਰਮਤ ਦੇ ਤੌਰ ਤੇ ਪੇਸ਼ ਕੀਤਾ। ਤੇ ਉਹਦੇ ਵਿੱਚੋਂ
ਦੋ ਘਟਨਾਵਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦਾ। ਹੁਣੇ ਥੋੜ੍ਹੇ ਚਿਰ ਪਹਿਲਾਂ ਤੁਸੀਂ ਇੱਕ ਗਿਆਨੀਆਂ ਦੇ ਬੁੰਗੇ ਦਾ ਮਸਲਾ ਆਇਆ ਸੀ ਅੰਮ੍ਰਿਤਸਰ ਸਾਹਿਬ, ਪੁਰਾਤਨ ਇੱਕ ਇਮਾਰਤ ਸੀ, ਉਹਦੀ ਢਾਉਣ ਦਾ ਬੜਾ ਮਸਲਾ ਤੁਹਾਡੇ ਸਾਹਮਣੇ ਆਇਆ ਸੀ। ਅਤੇ ਉਹਨਾਂ ਦੇ ਵੰਸ਼ਜ ਵਿੱਚੋਂ ਉਹ ਸੀ ਗਿਆਨੀ ਸੰਤ ਸਿੰਘ ਦਾ ਬੁੰਗਾ, ਜਿਹਨੂੰ ਦਮਦਮੀ ਟਕਸਾਲ ਆਪਣਾ ਚੌਥਾ ਮੁਖੀ ਕਹਿੰਦੀ ਆ। ਅਤੇ ਉਹਦੇ ਵਿਦਿਆਰਥੀ ਸਨ ਕਵੀ ਸੰਤੋਖ ਸਿੰਘ ਜੀ। ਮੈਂ ਪਹਿਲਾਂ ਗਿਆਨੀ ਦੀ ਗੱਲ ਕਰ ਲਵਾਂ, ਗਿਆਨੀ ਸੰਤ ਸਿੰਘ ਦੀ। ਉਹਨਾਂ ਦੀ ਜਿਹੜੀ ਦਰਸ਼ਨੀ ਡਿਓੜੀ ਸੀ, ਉਹਦੇ ਉੱਤੇ ਗਣੇਸ਼ ਦੀ ਮੂਰਤ ਲੱਗੀ ਹੋਈ ਸੀ, ਔਰ ਉਹ ਬੁੰਗਾ ਬਿਲਕੁਲ ਹਰਿਮੰਦਰ ਸਾਹਿਬ ਦੇ ਲਾਗੇ ਸੀ। ਅੱਜ ਵੀ ਉਹਦੇ ਜਿਹੜੇ ਆ ਉਹ ਨਿਸ਼ਾਨ ਉੱਥੇ ਮਿਲੇ ਆ, ਜਿਹੜੇ ਹੁਣੇ ਢਾਏ ਗਏ ਆ, ਇਹ ਭੂਰੀ ਵਾਲੇ ਬਾਬੇ ਨੇ ਜਿਹੜੇ ਢਾਏ ਆ। ਹੁਣ ਤੁਸੀਂ ਮੈਨੂੰ ਇਹ ਦੱਸੋ, ਗੁਰਬਾਣੀ 'ਚ ਇੱਕ ਸ਼ਬਦ ਆਉਂਦਾ, ਭੈਰੋਂ ਭੂਤ ਸੀਤਲਾ ਧਾਵੈ, ਖਰ ਬਾਹਨ ਉਹ ਸ਼ਰ ਉਡਾਵੈ, ਹਾਂ ਤੋਂ ਏਕ ਰਮਈਆ ਲੈ ਹੋ ਆਨ ਦੇਵ, ਚੱਕ ਸਾਰੇ ਆਪਣੇ ਦੇਵਤੇ ਮੈਨੂੰ ਨਹੀਂ ਚਾਹੀਦੇ। ਤੇ ਅਗਲੀ ਪੰਕਤੀ ਉਹ 'ਚ ਇਹ ਸੀ ਭਈ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਬਲਦ ਚੜ੍ਹੈ ਡੋਰੂ ਡਮਕਾਵੇ। ਵੀ ਜਿਹੜੇ ਬੰਦੇ ਸ਼ਿਵ ਜੀ ਨੂੰ ਸ਼ਿਵ ਸ਼ਿਵ ਕਰਕੇ ਧਿਆਉਂਦੇ ਨੇ, ਇਮਾਨਦਾਰੀ ਨਾਲ ਜੇ ਇਹਦੇ ਅਰਥ ਕਰਨੇ ਹੋਣ, ਤਾਂ ਉਹਨੂੰ ਕੀ ਪ੍ਰਾਪਤ ਹੋਏਗਾ? ਬਲਦ ਤੇ ਚੜ੍ਹੇਗਾ, ਉਹ ਬਲਦ ਦੀ ਸਵਾਰੀ ਤੇ ਡਮਰੂ ਖੜਕਾਏਗਾ। ਇਹ ਗੁਰਬਾਣੀ ਕਹਿੰਦੀ ਹੈ ਜੀ, ਮੈਂ ਨਹੀਂ। ਗੁਰੂ ਨਾਨਕ ਸਾਹਿਬ ਭਗਤ ਬਾਣੀ 'ਚ, ਨਾਮਦੇਵ ਜੀ ਦੀ ਬਾਣੀ 'ਚ, ਭੈਰੋਂ ਭੂਤ ਸੀਤਲਾ ਧਾਵੈ। ਹੁਣ ਗਣੇਸ਼ ਦੀ ਮੂਰਤ ਹਰਿਮੰਦਰ ਸਾਹਿਬ ਲਾਗੇ ਆ ਜਾਣੀ, ਤੁਸੀਂ ਇਸ ਸੰਕੇਤ ਦੇਖੋ ਵੀ ਕਿੱਥੇ ਤੱਕ ਜਾਂਦਾ ਹੈ। ਵੀ ਅਸੀਂ ਤਾਂ ਕਹਿਣ ਡੇ ਵੀ ਆਨ ਦੇਵ ਬਦਲਾਵਨ ਦੇ ਹੋ, ਵੀ ਮੈਂ ਸਾਰੇ ਹੀ ਛੱਡੇ, ਵੀ ਗੁਰ ਈਸਰ ਗੁਰ ਗੋਰਖ ਬਰਮਾ ਗੁਰ, ਤੇ ਉੱਥੇ ਤਾਂ ਸਾਰਾ ਕੁਛ ਰੱਦ ਕਰ ਦਿੱਤਾ। ਇੱਕ ਓਂਕਾਰ ਲਿਖ ਕੇ, ਇੱਕ ਓਂਕਾਰ ਦਾ ਸੰਕਲਪ ਹੀ ਟੁੱਟ ਜਾਣਾ। ਫਿਰ ਜਦੋਂ ਇਹਦੇ ਬਾਰੇ ਹੋਰ ਵੇਖਣ ਦੀ ਕੋਸ਼ਿਸ਼ ਕੀਤੀ ਵੀ ਇਹ ਆਖਰ ਗਣੇਸ਼ ਜੀ ਇੱਥੇ ਕਿੱਦਾਂ ਪਹੁੰਚ ਗਏ ਬਈ, ਉਹ ਵੰਸ਼ਜ ਦਾ ਬੰਦਾ ਜਿਹੜਾ ਅੱਜ ਗਿਆਨੀ ਸੰਤ ਸਿੰਘ ਦਾ, ਉਹ ਕਹਿ ਰਿਹਾ ਵੀ ਬਨਾਰਸ ਦੇ ਮੁੱਖ ਪਾਂਡੇ ਨੇ, ਮੁੱਖ ਪੁਜਾਰੀ ਜਿਹੜਾ ਸੀ, ਉਹ ਦਿੱਤਾ ਉੱਥੇ ਸਾਨੂੰ ਗਣੇਸ਼ ਦੀ ਮੂਰਤ, ਤੇ ਇੱਥੇ ਲਾਓ। ਗੁਰਮਤਿ ਦਾ ਸਿਧਾਂਤ ਟੁੱਟ ਗਿਆ ਜੀ। ਕਿਉਂ ਜੀ? ਟੁੱਟ ਗਿਆ ਨਾ। ਅਗਲੇ ਦੇਖੋ ਹੋਰ, ਜਿੱਦਣ ਹੁਣ ਗਿਆਨੀ ਜਗਤਾਰ ਸਿੰਘ ਜੀ ਕਥਾ ਕਰਦੇ ਕਹਿ ਰਹੇ ਸੀ ਵੀ ਆਨੰਦ ਸਾਹਿਬ ਜਿਹੜਾ ਉਹ ਤਿੰਨਾਂ ਗੁਰੂ ਸਾਹਿਬਾਨ ਦਾ ਉਚਾਰਨ ਕੀਤਾ ਹੋਇਆ। ਤੇ ਜਦੋਂ ਅਸੀਂ ਉਹ ਖੋਜਣ ਦੀ ਕੋਸ਼ਿਸ਼ ਕੀਤੀ ਵੀ ਚਲੋ ਆਖਰ ਪਤਾ ਤਾਂ ਲੱਗੇ ਗਿਆਨੀ ਜੀ ਕਹਿ ਕਿੱਥੋਂ ਰਹੇ ਨੇ, ਪਤਾ ਤਾਂ ਲੱਗੇ। ਉਹ ਵੀ ਸੂਰਜ ਪ੍ਰਕਾਸ਼ 'ਚੋਂ ਆ ਰਿਹਾ ਸੀ, ਪਰ ਉਹਦੇ ਵਿੱਚ ਜਿਹੜੀਆਂ ਬਾਕੀ ਗੱਲਾਂ ਆ ਰਹੀਆਂ ਸੀ ਉਹ ਛੁਪਾ ਗਏ। ਉਹਦੇ 'ਚ ਇਹ ਗੱਲ ਆ ਰਹੀ ਸੀ ਵੀ ਇੱਕ ਜੋਗੀ ਆਇਆ ਗੁਰੂ ਅਮਰਦਾਸ ਜੀ ਕੋਲ, ਤੇ ਜੋਗੀ ਕਹਿ ਰਿਹਾ ਮਹਾਰਾਜ ਵੀ ਮੈਂ ਵੀ ਤੁਹਾਡੇ ਘਰ ਪ੍ਰਵਾਨ ਚੜ੍ਹਨਾ ਚਾਹੁੰਦਾ, ਜੋ ਵੀ ਸੀ ਹੈ ਨਾ, ਤੇ ਮੇਰੇ 'ਤੇ ਵੀ ਕਿਰਪਾ ਕਰੋ। ਤੇ ਉਹ ਕਹਿੰਦੇ ਵੀ ਤੇਰਾ ਅਮਰਦਾਸ ਮਹਾਰਾਜ ਕਹਿੰਦੇ ਵੀ ਤੇਰਾ ਇੱਕ ਜਨਮ ਅਜੇ ਰਹਿੰਦਾ। ਉਹ ਕਹਿੰਦਾ ਚਲੋ ਜੀ ਫਿਰ ਤਾਂ ਕੰਮ ਹੀ ਮੁੱਕ ਗਿਆ, ਮੈਂ ਹੁਣ ਮਰ ਜਾਣਾ ਆ, ਤੇ ਮੈਂ ਤੁਹਾਡੇ ਘਰ ਪੋਤਰੇ ਦੇ ਰੂਪ 'ਚ ਜਨਮ ਲੈ ਲੈਣਾ। ਜੋਰ ਨਾ ਜੀਵਨ, ਕਿੱਥੇ ਜਾਵਾਂਗੇ ਅਸੀਂ? ਮਤਲਬ ਆਪਣੀ ਮਰਜ਼ੀ ਦੇ ਨਾਲ ਵੀ ਕੋਈ ਕਿਸੇ ਦੇ ਘਰ ਜੰਮ ਸਕਦਾ ਜੀ? ਆਪਣੀ ਮਰਜ਼ੀ ਨਾਲ ਵੀ ਜੰਮ ਸਕਦਾ ਕੋਈ? ਮਤਲਬ ਇੰਨੀ ਗਿਰਾਵਟ, ਸੱਚੀ ਹੱਸਣ ਵਾਲੀ ਗੱਲ ਨਹੀਂ, ਬੜੀ ਗੰਭੀਰ ਗੱਲ ਹੈ। ਔਰ ਮੇਰੇ ਗੁਰੂ ਨੂੰ ਇਹ ਸ਼ਰਮਸ਼ਾਰ ਕਰਦੀ ਹੈ ਇਹ ਗੱਲ। ਮੈਂ ਇੱਕ ਵਾਰੀ ਆਪਣੇ ਮੇਰੇ ਫਾਦਰ ਇਨ ਲਾ ਉਹ ਸ਼੍ਰੋਮਣੀ ਕਮੇਟੀ ਮੈਂਬਰ ਨੇ, ਜਦੋਂ ਮੇਰਾ ਟਾਈਮ ਹੋ ਗਿਆ ਦੱਸ ਦਿਓ ਜੀ, ਮੈਂ ਉੱਥੇ ਹੀ ਛੱਡ ਦੇਣੀ ਆ, ਕਿਉਂਕਿ ਬੜੀਆਂ ਗੱਲਾਂ ਆ। ਤੁਹਾਨੂੰ ਪਤਾ ਹੀ ਆ, ਹੁਣ ਤਾਂ ਇੰਟਰਨੈਟ 'ਤੇ ਤੁਹਾਨੂੰ ਪਤਾ, ਹੁਣ ਤੁਹਾਨੂੰ ਕੀ ਦੱਸਣਾ ਆ। ਡਾਕਟਰ ਸਾਹਿਬ ਵੀ ਵੇਖ ਆਏ ਸਾਰਾ ਕੁਛ ਉੱਥੇ। ਅਸੀਂ ਜਾਈਏ ਬ੍ਰਹਮ ਬੂਟਾ ਅਖਾੜੇ ਦੇ ਕੋਲੋਂ, ਤੇ ਉੱਥੇ ਗੁਰੂ ਨਾਨਕ ਸਾਹਿਬ ਨੂੰ ਮਾਤਾ ਤ੍ਰਿਪਤਾ ਜੀ ਦੀ ਗੋਦ 'ਚ ਪਾਇਆ ਹੋਇਆ ਪੋਸਟਰ ਲੱਗਾ, ਤੇ ਉਹਦੇ 'ਤੇ ਸ਼ਿਵ ਜੀ ਦੀ ਉਹ ਜਿਹੜੀ ਰੋਸ਼ਨੀ ਜੀ ਨਿਕਲੀ ਹੁੰਦੀ ਹੱਥਾਂ 'ਚੋਂ, ਬਾਬਿਆਂ ਦੇ ਸਾਰਿਆਂ ਦੇ 'ਚੋਂ ਨਿਕਲਦੀ ਆ। ਉਹ ਸਾਰੇ ਬਾਬੇ ਦੀਆਂ ਫੋਟੋ ਇੱਦਾਂ ਹੀ ਆ ਨਾ, ਈਸ਼ਰ ਸਿੰਘ ਰਾੜੇ ਵਾਲੇ ਦੀ, ਆਨੰਦ ਸਿੰਘ ਕਲੇਰਾ। ਕੋਈ ਗੁੱਸਾ ਨਾ ਜੀ ਕਰ ਲਿਓ, ਜਿਸ ਕਿਸੇ ਨੂੰ ਇਤਰਾਜ਼ ਹੋਇਆ, ਮੈਂ ਇੱਥੇ 2 ਘੰਟੇ ਬਾਅਦ ਬੈਠਾ ਹੋਊਂਗਾ। ਅਸੀਂ ਹਰ ਗੱਲ ਨੂੰ ਗੁਰਮਤਿ ਦੀ ਕਸਵੱਟੀ 'ਤੇ ਵਿਚਾਰ ਕੇ, ਜੇ ਦੋਸ਼ੀ ਹੋਏ ਤਾਂ ਸਜ਼ਾ ਦੇ ਹੱਕਦਾਰ ਹੋਵਾਂਗੇ, ਤੇ ਜੇ ਨਾ ਹੋਏ ਤਾਂ ਇਹ ਗੱਲ ਸਾਰਿਆਂ ਤੱਕ ਪਹੁੰਚਾ ਦਿਓ। ਉਹ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡੀ ਤਾਂ ਸੁਣਦੇ ਆ, ਵੀ ਸਾਡੀ ਤਾਂ ਕੋਈ ਸੁਣਦਾ ਨਹੀਂ। ਗਿਆਨੀ ਗੁਰਬਚਨ ਸਿੰਘ ਤੋਂ ਜਥੇਦਾਰ ਸੀ, ਮੈਨੂੰ ਫੋਨ ਕਰੋ ਵੀ ਆਹ ਕੀ, ਵੀ ਹਰਿਮੰਦਰ ਸਾਹਿਬ ਲਾਗੇ ਸ਼ਿਵ ਜੀ, ਬਾਬਾ ਨਾਨਕ ਕਹਿਣ ਡਿਆ ਵੀ ਸ਼ਿਵ ਸ਼ਿਵ ਕਰਤੇ ਜੋ ਨਰ ਤੇ ਆਵੇ, ਬਲਦ ਜਿਹੜੇ ਡੋਰੂ ਡਮਕਾਵੇ, ਤੇ ਇਹਦੀ ਸ਼ਿਵ ਜੀ ਗੁਰੂ ਨਾਨਕ ਸਾਹਿਬ ਤੇ ਕਿਰਪਾ ਪਾ ਰਹੇ ਆ। ਇਹ ਗੱਲਾਂ ਤੁਸੀਂ ਪਹਿਲਾਂ ਸੁਣੀਆਂ ਜੀ?
ਫਿਰ ਸਾਡੀ ਕਮਜ਼ੋਰੀ ਆ। ਪੜ੍ਹਨ ਦੀ ਆਦਤ ਪਾਓ। ਆ ਡਾਕਟਰ ਸਾਹਿਬ ਨੇ 2-3 ਲੋਥੇ ਵਿਚਾਰੇ ਲਾ ਕੇ ਆਏ ਆ, ਇਹੋ ਕੁਛ ਇਹੋ ਹੀ ਰੋਣਾ ਰੋਂਦੇ ਆਏ ਵੀ ਛੱਡੋ ਯਾਰ ਕੀ ਕਰਨ ਰਹੇ ਜੇ। ਹੁਣ ਜਦੋਂ ਜਗਤਾਰ ਸਿੰਘ ਨੇ ਗੱਲ ਆਖੀ ਤੇ ਅਸੀਂ ਉਹ ਪੜਤਾਲਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਆਨੰਦ ਸਾਹਿਬ ਦੀ ਕਥਾ ਵੇਖੀਏ ਕਿੰਨੇ ਕਥਾ ਕੀਤੀ ਆ। ਤੇ ਉਹ ਕਥਾ YouTube ਤੇ ਹੈਗੀ ਆ, ਤੁਸੀਂ ਪਾ ਕੇ ਵੇਖ ਲਿਓ ਵੀ ਕਥਾ ਆਨੰਦ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ। ਉਹ ਥਾਨਕਾ ਪਤਾ ਕੀ ਦੇ ਰਹੇ ਆ, ਸੁਣ ਕੇ ਹੈਰਾਨੀ ਬੜੀ ਹੁੰਦੀ ਵੈਸੇ। ਕਹਿੰਦੇ ਇੱਕ ਤਾਂ ਜੋਗੀ ਆਇਆ ਤੇ ਦੂਜਾ ਉੱਥੇ ਗਣੇਸ਼ ਆ ਗਿਆ। ਚਲੋ ਭਲਾ ਜੇ ਕਿਸੇ ਬੰਦੇ ਨੂੰ ਕਹਿੰਦੇ ਤੇ ਆ ਜਾਂਦਾ ਤੇ ਅਸੀਂ ਮੰਨਦੇ ਵੀ ਚਲੋ ਚੰਗਾ ਵੀ ਜਿਹੜਾ ਹੈ ਹੀ ਹਾਥੀ ਦੇ ਸਿਰ ਵਾਲਾ ਉਹ ਕਿੱਦਾਂ ਆ ਸਕਦਾ ਬਈ। ਨਹੀਂ ਸੱਚ ਹੈ ਗੱਲ ਇਹ ਵੀ ਹਾਥੀ ਦੇ ਸਿਰ ਵਾਲਾ ਬੰਦਾ। ਅੱਛਾ ਗਣੇਸ਼ ਦੀ ਜਦੋਂ ਮੈਂ ਗੱਲ ਸੁਣੀ ਨਾ ਰਜਨੀਸ਼ ਕੋਲ, ਮੈਂ ਬੜਾ ਹੈਰਾਨ ਹੋਇਆ। ਕਹਿੰਦਾ ਪਾਰਵਤੀ ਜਾਂ ਦੁਰਗਾ ਉਹਨੇ ਨਹਾਉਣ ਦੀ ਇੱਛਾ ਪ੍ਰਗਟ ਕੀਤੀ ਆਪਣੇ ਮਨ 'ਚ, ਮੈਂ ਨਹਾਉਣਾ ਆ। ਤੇ ਜਦੋਂ ਉਹਨੇ ਵੈਸੇ ਉਹ ਸਾਡੇ ਨਾਲ ਤਕੜਾ ਸੀ। ਵੈਸੇ ਜੇ ਸੱਚ ਪੁੱਛਦੇ ਹੋ ਨਾ, ਜਿੰਨੀਆਂ ਧੱਜੀਆਂ ਉਹਨੇ ਹਿੰਦੂ ਮਤ ਦੀਆਂ ਉਡਾਈਆਂ, ਅਸੀਂ ਉਹਦੇ ਨਾਲ ਸਹਿਮਤ ਹੋਈਏ ਕਿਸੇ ਪੱਖ ਤੋਂ ਨਾ ਹੋਈਏ ਉਹ ਗੱਲ ਵੱਖਰੀ ਹੈ। ਇੱਕ ਪਰ ਸੂਰਮਾ ਸੀ ਉਹ ਕਹਿੰਦਾ ਵੀ ਜਦੋਂ ਦੁਰਗਾ ਨਹਾਉਣ ਲੱਗੀ ਨਾ ਪਾਰਵਤੀ, ਤੇ ਕਹਿੰਦੀ ਵੀ ਮੈਨੂੰ ਇੱਥੇ ਪੜਦਾ ਹੈ ਨਹੀਂ ਕੋਈ, ਵੀ ਮੈਨੂੰ ਚਾਹੀਦਾ ਕੋਈ ਵੀ ਉਹ ਬੰਦਾ ਕੋਈ ਖੜਾ ਕਰ ਲਵਾਂ ਆਪਣੇ ਪਰਿਵਾਰ ਦਾ, ਵੀ ਉਹਦੇ ਕੋਲ ਵੀ ਕੋਈ ਨਹੀਂ ਸੀ। ਕਹਿੰਦਾ ਵੀ ਉਹਨੇ ਆਪਣੇ ਤਨ ਦੀ ਮੈਲ ਲਾਈ ਤਾਂ ਇੱਕ ਕਲਬੂਤ ਬਣਾ ਲਿਆ। ਤਾਂ ਉਹ ਵਿਅੰਗ ਪਤਾ ਕੀ ਕਰਦਾ, ਕਹਿੰਦਾ ਪਤਾ ਨਹੀਂ ਕਿੰਨੇ ਸਾਲ ਨਹਾਤੀ ਨਹੀਂ ਹੋਣੀ ਵੀ ਇੰਨੀ ਮੈਲ ਲੱਥੀ। ਉਹਦੀ ਕੈਸਟ ਵਿੱਚ ਹੈ ਗੱਲ, ਮੈਂ ਆਪਣੇ ਕੋਲ ਨਹੀਂ ਕਹਿ ਰਿਹਾ। ਤੇ ਉਹਨੂੰ ਖੜਾ ਕਰਕੇ ਬੁੱਤ ਤੇ ਉਹਦੇ 'ਚ ਉਹਨੇ ਜਾਨ ਫੂਕਤੀ ਜੀ। ਇਹੋ ਜਿਹੀ ਨਹੀਂ ਕਹਾਣੀ। ਤੇ ਉਹ ਸ਼ਿਵ ਜੀ ਮਹਾਰਾਜ ਕਿਤੇ ਤੁਹਾਨੂੰ ਪਤਾ ਬੜੇ ਚੰਗੇ ਸੀ ਹੈ ਨਾ। ਇੱਕ ਵਾਰੀ ਸ਼ਿਵ ਜੀ ਨੂੰ, ਚਲੋ ਉਹਦੀ ਵੀ ਗੱਲ ਕਰ ਲੈਣੇ ਚਲਦੇ ਯਾਦ ਰੱਖਿਓ ਸਾਰੀਆਂ ਗੱਲਾਂ, ਮੈਨੂੰ ਰੋਕ ਦਿਓ ਜੀ। ਫਿਰ ਮੈਂ ਪਹਿਲਾਂ ਕਹਿੰਦਾ ਵੀ ਨਾ ਕਿ ਮੈਂ ਤੁਹਾਡਾ ਸਾਰਾ ਟਾਈਮ ਖਾ ਗਿਆ। ਸ਼ਿਵ ਜੀ ਦੀ ਘਰ ਵਾਲੀ ਨੂੰ ਸੱਦਿਆ ਉਹਦੇ ਸਹੁਰੇ ਨੇ, ਤੇ ਉਹਨੂੰ ਸੱਦਿਆ ਨਾ ਜੱਗ ਤੇ ਉਹਨੂੰ ਗੁੱਸਾ ਆ ਗਿਆ। ਤੇ ਉਹਨੇ ਉਹਦੀ ਘਰ ਜਿਹੜੀ ਉਹਦੀ ਵਾਈਫ ਸੀਗੀ, ਉਹਨੇ ਆਪਣੇ ਪਿਤਾ ਨੂੰ ਕਿਹਾ ਵੀ ਤੂੰ ਮੇਰੇ ਆਪਣੀ ਜਵਾਈ ਨੂੰ ਨਹੀਂ ਸੱਦਿਆ, ਵੀ ਬੜੀ ਮਾੜੀ ਗੱਲ ਆ। ਗੁੱਸੇ ਹੋ ਗਈ ਉਹ। ਤੇ ਉਹਨੇ ਉਹ ਕੱਚੀ ਪੁੰਨੀ ਜੀ ਉਹਨੇ ਛਾਲ ਮਾਰਤੀ ਹਵਨ 'ਚ, ਤੇ ਉਹ ਕੱਚੀ ਪੁੰਨੀ ਚੁੱਕ ਲਈ ਮੋਢਿਆਂ ਤੇ। ਜਿੱਥੇ ਉਹਦੇ ਨੈਣ ਡਿੱਗੇ ਨੈਣਾ ਦੇਵੀ ਬਣ ਗਈ। ਮਤਲਬ ਇੱਦਾਂ ਦੇ ਰੱਬ ਵੀ ਹੁੰਦੇ ਆ, ਤੁਸੀਂ ਅੰਦਾਜ਼ਾ ਲਾ ਕੇ ਦੇਖੋ। ਚਲੋ ਜੀ ਜਦੋਂ ਕਲਬੂਤ ਬਣ ਗਿਆ ਤੇ ਉਹਨੇ ਉਹਦੇ 'ਚ ਰੂਹ ਫੂਕਤੀ ਤੇ ਸ਼ਿਵ ਜੀ ਉੱਧਰ ਆ ਗਏ। ਉਹ ਆਪਣੀ ਪਤਨੀ ਨੂੰ ਮਿਲਣਾ ਚਾਹੁੰਦੇ ਸੀ। ਉਹ ਕਹਿੰਦਾ ਤੂੰ ਕੌਣ ਆ, ਉੱਧਰ ਮੇਰੀ ਮਾਂ ਨਹਾ ਰਹੀ ਆ, ਤੂੰ ਨਹੀਂ ਜਾ ਸਕਦਾ। ਤੇ ਉਹਨੇ 4 ਮਿੰਟ ਰਹਿ ਗਏ ਜੀ, ਹਾਂਜੀ ਮੈਂ ਕਰ ਦਿੰਦਾ ਜੀ। ਉਹਨੇ ਉਹਦੇ ਤਰਸ਼ੂਲ ਦੇ ਨਾਲ ਉਹਦਾ ਸਿਰ ਵੱਢਤਾ ਤੇ ਉੱਤੇ ਹਾਥੀ ਦਾ ਲੱਗ ਗਿਆ। ਤੇ ਗੁਰੂ ਅਮਰਦਾਸ ਜੀ ਕੋਲ ਉਹ ਗਣੇਸ਼ ਆ ਗਿਆ। ਤੇ ਗਣੇਸ਼ ਕਹਿੰਦਾ ਵੀ ਮੇਰੇ ਤੇ ਵੀ ਤੁਹਾਡੇ, ਮੈਨੂੰ ਹਿੰਦੂ ਤਾਂ ਸਾਰੇ ਮੰਨਦੇ ਆ, ਸਾਡੇ ਸਿੱਖ ਨਹੀਂ ਮੰਨਦੇ। ਸਾਡੇ ਅੱਖਰ ਵਰਤਿਆ ਉੱਥੇ, ਸਾਡੇ ਸਿੱਖ ਮੈਨੂੰ ਨਹੀਂ ਮੰਨਦੇ। ਕਹਿੰਦੇ ਫਿਕਰ ਨਾ ਕਰ, ਆਨੰਦ ਸਾਹਿਬ ਜਿਹੜਾ ਨਾ ਇਹ ਮੈਂ ਤੇਰੇ ਕਰਕੇ ਉਚਾਰਨ ਲੱਗਾ ਆ। ਤੇ ਜਿੱਥੇ ਵੀ ਕੋਈ ਖੁਸ਼ੀ ਦਾ ਕੰਮ ਹੋਊਗਾ ਉੱਥੇ ਸ਼੍ਰੀ ਗਣੇਸ਼ ਜ਼ਰੂਰ ਕਰਿਆ ਕਰਨਗੇ ਸਿੱਖ। ਹੁਣ ਤੁਸੀਂ ਇਹਦਾ ਮੋਰਲ ਆਪੇ ਕੱਢ ਲਿਓ। ਇੱਕ ਦੂਜੀ ਗੱਲ ਜਿਹੜੀ ਉਹ ਬਿਮਾਰੀ ਸਾਡੇ ਇੱਥੇ ਤੱਕ ਪਹੁੰਚ ਗਈ ਆ, ਅਮਰੀਕਾ ਤੱਕ, ਉਹ ਮੈਂ ਜ਼ਰੂਰ ਕਰਨੀ ਚਾਹਾਂਗਾ। 2-3 ਮਿੰਟ ਹੀ ਲੱਗਣੇ ਭਾਈ ਸਾਹਿਬ। ਇੱਕ ਗਿਆਨੀ ਸ਼ੇਰ ਸਿੰਘ ਜੀ ਇੱਥੇ ਕਥਾ ਕਰਨ ਆਉਂਦੇ ਆ, ਉਹਨਾਂ ਨੂੰ ਅਸੀਂ ਮਿਲੇ ਸੀ ਅਸੀਂ ਸੁਪਰੀਮ ਕੌਂਸਲ ਮੈਂਬਰ ਐਸਪੀ ਸਾਹਿਬ, ਬੀਬੀ ਰਵਿੰਦਰ ਕੌਰ, ਤੁਸੀਂ ਜਾਣਦੇ ਹੋ ਲਖਬੀਰ ਸਿੰਘ ਉਹਨਾਂ ਦੇ ਪਤੀ ਦੇਵ ਨੇ, ਉਹਨਾਂ ਦੇ ਘਰ ਮਿਲੇ ਸੀ ਬਾਲੇ ਦੀ ਜਨਮ ਸਾਖੀ ਦੇ ਸੰਬੰਧ 'ਚ। ਉਹ ਗੱਲ ਅੱਜ ਨਹੀਂ ਹੋ ਸਕਦੀ, ਲੰਬੀ ਆ, ਫਿਰ ਕਰਾਂਗੇ। ਉਹਨਾਂ ਨੇ ਕੀ ਕੀਤਾ ਆ ਵੀ ਇਸ ਵਾਰ ਹੋਲੇ ਮਹੱਲੇ ਤੇ ਐਲਸਬਰੰਟੇ ਗੁਰਦੁਆਰੇ ਉਹ ਜਿਹੜੀ ਜਗਨਨਾਥਪੁਰੀ ਆਰਤੀ ਹੋਈ ਸੀ ਉਹ ਐਲਸਬਰੰਟੇ ਕਰਤੀ। ਜਦੋਂ ਉਹ ਆਰਤੀ ਕਰ ਦਿੱਤੀ ਤੇ ਮੈਂ ਇੱਥੋਂ ਦੇ ਜਿਹੜੇ ਮੋਹਤਬਰ ਬੰਦੇ ਆ ਉਹਨਾਂ ਦੇ ਨਾਮ ਹੀ ਲੈ ਦਿੰਦਾ। ਦਰਸ਼ਨ ਸਿੰਘ ਜੀ ਫਰੀਮਾਊਂਟ ਕਮੇਟੀ ਹੈਗੇ ਨੇ, ਇੱਕ ਲਖਵੀਰ ਸਿੰਘ ਨੇ, ਇੱਕ ਦਵਿੰਦਰ ਸਿੰਘ ਨੇ, ਉਹ ਸੈਕਟਰੀ ਵੀ ਰਹੇ ਕੁਝ ਸਮਾਂ। ਉਹਨਾਂ ਨੂੰ ਸਾਰਿਆਂ ਨੂੰ ਮੈਂ ਫੋਨ ਕੀਤੇ ਵੀ ਯਾਰ ਚਲੋ ਬਾਕੀ ਗੱਲ ਤਾਂ ਚਲੋ ਕੋਈ ਗੈਰ ਗੰਭੀਰ ਹੋ ਸਕਦੀ, ਸਾਨੂੰ ਸਮਝ ਨਹੀਂ ਲੱਗਦੀ ਵੀ ਆਹ ਗੱਲ ਤਾਂ ਬਹੁਤ ਸੌਖੀ ਆ ਵੀ ਇੱਦਾਂ ਤਾਂ ਉਹ ਹਿੰਦੂਆਂ ਨੂੰ ਰੋਕਦੇ ਰਹੇ ਵੀ ਤੁਸੀਂ ਇੱਦਾਂ ਦੀ ਆਰਤੀ ਨਾ ਕਰੋ, ਵੀ ਮੈਂ ਤੁਹਾਨੂੰ ਆਰਤੀ ਦਾ ਢੰਗ ਦੱਸ ਦਿੱਤਾ।
ਚੌਂ ਵਿਅਕਤੀਆਂ ਗੁਰੂ ਵਿਅਕਤੀਆਂ ਦੀ ਭਗਤਾਂ ਦੀ ਆਰਤੀ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੀ। ਧੰਨਾ ਜੀ ਦੀ, ਸੈਣ ਜੀ ਦੀ, ਰਵਿਦਾਸ ਜੀ ਤੇ ਗੁਰੂ ਨਾਨਕ ਸਾਹਿਬ ਦੀ। ਉਹ ਚੌਂ ਸ਼ਬਦਾਂ 'ਚ ਜੇ ਇਦਾਂ ਦਾ ਕਰਮ ਕਾਂਡ ਕਿਤੇ ਲਿਖਿਆ ਹੋਵੇ ਤੇ ਅਸੀਂ ਦੇਣਦਾਰ ਹਾਂ ਜੀ, ਸਜ਼ਾ ਦੇ ਹੱਕਦਾਰ, ਜਿੰਨੀ ਮਰਜ਼ੀ ਸਜ਼ਾ ਦੇ ਦਿਓ। ਵੀ ਇਹ ਤੁਹਾਡੇ ਕੀ ਹੋ ਰਿਹਾ ਹੈ ਹੁਣ। ਖੈਰ ਉਹਨਾਂ ਨੇ ਮੀਟਿੰਗ ਕੀਤੀ ਟਰੇਸੀ ਗੁਰਦੁਆਰੇ ਤੇ ਗਿਆਨੀ ਸ਼ੇਰ ਸਿੰਘ ਨੂੰ ਸੱਦਿਆ ਉੱਥੇ ਉਹਨਾਂ ਨੇ। ਜਦੋਂ ਮੇਰੀ ਲਖਵੀਰ ਸਿੰਘ ਨਾਲ ਗੱਲ ਹੋਈ ਤੇ ਲਖਵੀਰ ਸਿੰਘ ਤਾਜ਼ਾ ਨਾ ਉੱਥੋਂ ਹਜ਼ੂਰ ਸਾਹਿਬ ਤੋਂ ਹੋ ਕੇ ਆਇਆ ਸੀ। ਮੈਂ ਕਿਹਾ ਲਖਵੀਰ ਸਿੰਘ ਜੀ ਵੀ ਇਹ ਕੀ ਕਰਦੇ ਪਏ ਆ ਵੀ ਤੁਸੀਂ ਨੌਜਵਾਨ ਬੱਚੇ ਉਹਨਾਂ ਦੇ ਹਵਾਲੇ ਕੀਤੇ ਆ, ਵੀ ਉਹ ਤਾਂ ਬਿਲਕੁਲ ਟੋਟਲੀ ਸਾਨੂੰ ਵਿਪਰਵਾਦ ਵੱਲ ਲੈ ਕੇ ਜਾ ਰਹੇ ਆ, ਵੀ ਇਹ ਕਿੱਦਾਂ ਪ੍ਰਵਾਨ ਹੋਵਾਂਗੇ। ਵੀ ਇਹ ਤਾਂ ਅਗਲੇ 100 ਸਾਲ ਤੱਕ ਜਿਹੜੇ ਬੱਚੇ ਆ ਸਾਡੇ ਹੁਣ ਨੌਜਵਾਨ ਆ 20-25 ਸਾਲਾਂ ਦੇ ਆ, ਉਹਨਾਂ ਤੇ ਅਗਲੇ 100 ਸਾਲ ਤੱਕ ਜੇ ਜੀਣਾ ਹੋਇਆ ਤਾਂ ਸਾਨੂੰ ਤਾਂ ਲਾਗੇ ਵੀ ਨਹੀਂ ਲੱਗਣ ਦੇਣਾ, ਗੁਰਮਤ ਨੂੰ ਤਾਂ ਉਹਨਾਂ ਲਾਗੇ ਵੀ ਨਹੀਂ ਆਉਣ ਦੇਣਾ ਗੁਰਦੁਆਰੇ 'ਚ। ਤੇ ਫਿਰ ਅਸੀਂ ਕੀ ਕਰਾਂਗੇ। ਉਹ ਪਤਾ ਮੈਨੂੰ ਦਲੀਲ ਕੀ ਦਿੰਦੇ ਜੀ ਲਖਵੀਰ ਸਿੰਘ ਹੁਣੀ, ਕਹਿੰਦੇ ਜੀ ਹਜ਼ੂਰ ਸਾਹਿਬ ਹੁੰਦੀ ਆ। ਮੈਂ ਕਿਹਾ ਲਖਵੀਰ ਸਿੰਘ ਜੀ ਤੁਸੀਂ ਹਜ਼ੂਰ ਸਾਹਿਬ, ਕਹਿੰਦਾ ਮੈਂ ਹੁਣੇ ਹੋ ਕੇ ਆਇਆ। ਮੈਂ ਕਿਹਾ ਜੀ ਉੱਥੇ ਜੋ ਹੋ ਰਿਹਾ ਆ ਵੀ ਉਹ ਤੁਸੀਂ ਧਿਆਨ ਨਾਲ ਸੁਣਾਇਓ। ਹਾਂ ਮੇਰੀ ਗੱਲ ਨਾਲੋਂ ਸਹਿਮਤ ਹੋ ਗਏ। ਮੈਂ ਕਿਹਾ ਉੱਥੇ ਤਾਂ ਕਹਿੰਦੇ ਕੇਦਾਰਨਾਥ, ਬਦਰੀਨਾਥ, ਫਲਾਣੇ ਧਾਮ ਦਾ ਧਿਆਨ ਧਰ ਕੇ ਬੋਲੋ ਜੀ। ਤੇ ਉੱਥੇ ਤਾਂ ਇਹ ਵੀ ਕਹਿੰਦੇ ਗੰਗਾ ਮਈਆ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤੇ ਫਿਰ ਇਹ ਸਾਰਾ ਕੁਝ ਫਿਰ ਹਜ਼ੂਰ ਸਾਹਿਬ ਵਾਲਾ ਹੀ ਜੇ ਲਾਗੂ ਕਰਨਾ। ਤੇ ਇੱਕ ਗੱਲ ਹੋ ਰਿਹਾ ਉੱਥੇ, ਉਹ ਸਾਡੇ ਤੇ ਨਹੀਂ ਲਾਗੂ ਹੁੰਦੀ ਵੈਸੇ, ਉੱਥੇ ਬੱਕਰਾ ਵੀ ਝਟਕਾਇਆ ਜਾਂਦਾ, ਉਹ ਫਿਰ ਝਟਕਾ ਲੋਗੇ ਫਰੀ ਮਾਊਂਟ। ਉੱਥੇ ਤਾਂ ਲੰਗਰ 'ਚ ਮੀਟ ਵੀ ਵਰਤਦਾ ਆ। ਉੱਥੇ ਤਾਂ ਮੱਥੇ ਤਾਂ ਨਾਮ ਕਰੀ ਚੰਨਾਠੀਆ ਜੇ ਮਨ ਰਸਾ ਹੋਏ, ਚੰਦਨ ਘਸਾ ਕੇ ਟਿੱਕੇ ਲਾਏ ਜਾਂਦੇ ਆ। ਕਿਹੜੀ ਗੱਲ ਕਰੀਏ ਜੀ। ਤੇ ਇੱਥੇ ਆਰਤੀ ਹੋ ਗਈ, ਉੱਦਾਂ ਹੀ ਸੰਖਨ ਕੀਰਤਨ ਘੰਟਨ ਕੀ ਕਰ ਫੂਲਨ ਕੀ ਆਰਤੀ ਕੋਟ ਕਰੇ ਸੁਰ ਸੁੰਦਰ ਪੇਖ ਪਰੰਦਰ ਕੈਬਲ ਜਾਵੇ। ਮੈਂ ਕਿਹਾ ਵੀ ਲਖਵੀਰ ਸਿੰਘ ਜੀ ਇਹਦੇ 'ਚ ਇੱਕ ਗੱਲ ਰਹਿ ਗਈ ਤੁਹਾਡੇ ਕਰਨ ਵਾਲੀ, ਉਹ ਇਹ ਆ ਭਈ ਕਿੰਨਰ ਗੰਧਰਵ ਗਾਨ ਕਰੈ ਜਛ ਅਪੱਛਰ ਨਿਰਤ ਦਿਖਾਵੇ। ਮੈਂ ਕਿਹਾ ਵੀ ਫੁੱਲ ਵੀ ਸੁੱਟ ਲਏ, ਘੰਟਾ ਵੀ ਖੜਕਾ ਲਿਆ ਤੇ ਸੰਖ ਵੀ ਵਜਾ ਲਿਆ, ਤੇ ਆ ਅਗਲੀਆਂ ਸ਼ਰਤਾਂ ਵੀ ਪੂਰੀਆਂ ਕਰੋ ਨਾ, ਵੀ ਖੁਸਰੇ ਵੀ ਲਿਆਓ ਤੇ ਅਪੱਛਰਾਂ ਵੀ ਇੱਥੇ ਮਿਲ ਜਾਣਗੀਆਂ ਨੱਚਣ ਵਾਲੀਆਂ, ਉਹ ਵੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਨਚਾਓ। ਫਿਰ ਉਹਨੂੰ ਪੂਰੀ ਆਰਤੀ ਕਰੋ ਨਾ। ਜਾਂ ਤੇ ਪ੍ਰਸੰਨ ਬਏ ਹੈ ਮਹਾਮਨ, ਤੁਹਾਨੂੰ ਪਤਾ ਜੀ, ਤੁਸੀਂ ਵੀ ਆਪਾਂ ਕਰਦੇ ਰਹੇ ਨਾ ਉਹ ਡੇਰੇ ਤੇ, ਉਸੇ ਡੇਰੇ 'ਚ ਤੁਸੀਂ ਆਏ 'ਚ ਮੈਂ ਆਇਆ। ਹਾਂ ਬਿਲਕੁਲ, ਉੱਥੇ ਤਾਂ ਅਸੀਂ ਥਾਲੀ ਘਮਾਉਂਦੇ ਰਹੇ ਇੱਦਾਂ ਪੁੱਠੇ ਸਿੱਧੇ ਹੋ ਕੇ, ਬਹੁਤ ਬੁਰੀ ਹਾਲਤ ਆ। ਦਵਾਲਪੁਰੀ ਸਾਹਿਬ ਨੂੰ ਪਤਾ ਜਿਹੜੇ ਡੇਰੇ 'ਚੋਂ ਮੈਂ ਆਇਆ। ਸੱਚ ਗੱਲ ਆ ਇਹ, ਮਤਲਬ ਉੱਥੇ ਤਾਂ ਡਾਂਸ ਵੀ ਹੁੰਦਾ ਸੀ ਗੁਰਦੁਆਰਿਆਂ ਦੇ ਵਿੱਚ। ਜਿਹੜੇ ਬਾਬੇ ਇੱਦਾਂ ਲੱਕ ਫੇਰਦੇ ਆ ਨਾ, ਉਹ ਬੀਬੀਆਂ ਵੀ ਨਹੀਂ ਘੁਮਾ ਸਕਦੀਆਂ ਉੱਦਾਂ, ਨੱਚਣ ਵਾਲੀਆਂ ਵੀ ਨਹੀਂ ਘੁਮਾ ਸਕਦੀਆਂ, ਇੱਦਾਂ ਹੀ ਆ ਉਹ ਆਰਤੀ। ਕੱਲ ਮੈਨੂੰ ਇੱਕ ਵੀਡੀਓ ਫੇਰ ਪ੍ਰਾਪਤ ਹੋਈ ਆ, ਇਹ ਵੇਖੋ, ਇੱਕ ਸਿਰਾ ਆ ਅਮਰੀਕਾ ਦਾ ਤੇ ਦੂਸਰਾ ਸਿਰਾ ਨਿਊਯਾਰਕ ਹੈ ਨਾ ਜੀ। ਭਾਜੀ ਸੌਰੀ ਯਾਰ, ਨਿਊਯਾਰਕ ਵੀ ਕਰਤੀ ਪਰਸੋਂ। ਹੁਣ ਤੁਸੀਂ ਅੰਦਾਜ਼ਾ, ਮੈਂ ਇੱਥੇ ਸਮਾਪਤੀ ਕਰਦਾ, ਅੰਦਾਜ਼ਾ ਤੁਸੀਂ ਲਾ ਲਿਓ, ਪੜ੍ਹੇ ਲਿਖੇ ਤੁਸੀਂ ਸਾਰੇ ਹੀ ਹੋ। ਹੁਣ ਕੋਈ ਬੰਦੇ ਕੋਲ ਇਹੋ ਜਿਹਾ ਬਹਾਨਾ ਨਹੀਂਗਾ ਕਿ ਮੈਨੂੰ ਪਤਾ ਨਹੀਂ, ਇਹ ਕੋਈ ਬਹਾਨਾ ਨਹੀਂ, ਕਿਸੇ ਕੋਲ ਕੋਈ ਬਹਾਨਾ ਨਹੀਂ। ਤੇ ਜੇ ਵਾਕਈ ਅਸੀਂ ਗੁਰੂ ਕੇ ਸਿੱਖ ਹਾਂ ਤੇ ਸਾਨੂੰ ਉੱਠਣਾ ਪੈਣਾ। ਇਹ ਦੋ ਕੁ ਵੰਨਗੀਆਂ ਸੀ, ਵੈਸੇ ਵੰਨਗੀਆਂ ਸਾਡੇ ਕੋਲ ਬਹੁਤ ਆ। ਬਾਕੀ ਸਾਡੇ ਸਤਿਕਾਰਯੋਗ, ਅਸੀਂ ਸਧਾਰਨ ਬੰਦੇ ਹਾਂ ਜੀ, ਸ਼ਬਦਾਂ ਦਾ ਸਾਨੂੰ ਕੋਈ ਲੜੀ ਨਹੀਂ ਪਰਾਉਣੀ, ਰਵਾਨਗੀ ਕੋਈ ਨਹੀਂ, ਸਾਡੀ ਗੱਲ ਦਾ ਕੋਈ ਨਾਰਾਜ਼ਗੀ ਨਾ ਲਵੇ ਇਸ ਗੱਲੋਂ। ਰਵਾਨਗੀ ਕੋਈ ਨਹੀਂ ਗੀ, ਨਾ ਵਿਦਵਾਨ ਆ, ਪਰ ਦਿਲ ਦੇ ਵਿੱਚ ਜੋ ਮਹਿਸੂਸ ਕੀਤਾ ਸੀ ਉਹ ਤੁਹਾਡੇ ਅੱਗੇ ਰੱਖਿਆ ਆ। ਭੁੱਲਾਂ ਚੁੱਕਾਂ ਦੀ ਮੈਂ ਮਾਫੀ ਮੰਗਦਾ ਤੁਹਾਡੇ ਕੋਲ। ਕੋਈ ਵੀ ਵਿਅਕਤੀ ਇਹਨੂੰ ਮਤਲਬ ਵਿਰੋਧ 'ਚ ਨਾ ਲਏ, ਆਪਾਂ ਇਹਨੂੰ ਸੁਧਾਰ, ਅਸੀਂ ਉਹਨਾਂ ਵੀਰਾਂ ਨੂੰ ਵੀ ਕਹਿੰਦੇ ਹਾਂ ਵੀ ਸਾਡੇ ਨਾਲ ਬਹਿ ਕੇ ਗੱਲ ਕਰੋ। ਜਿੰਨੀ ਵਾਰੀ ਵੀ ਅਸੀਂ ਜਿੱਥੇ ਗਏ ਆ, ਸਾਡੀ ਵਿਰੋਧਤਾ ਇੱਥੋਂ ਤੱਕ, ਚਲੋ ਮੈਂ ਆਪਣੀ ਸਾਡਾ ਵੀਰ ਬੈਠੇ ਆ ਧੁੰਦਾ ਸਾਹਿਬ ਜੀ, ਮਤਲਬ ਕਿਹੜੀ ਗੱਲ ਆ ਜਿਹੜੀ ਇਹਨਾਂ ਨੂੰ ਨਹੀਂ ਕਹੀ ਗਈ, ਤੇ ਮੇਰਾ ਆਪਣਾ ਸੁਣ ਲਓ। ਤੇ ਮੈਨੂੰ ਤਾਂ ਡਾਂਗਾਂ ਵੀ ਮਾਰੀਆਂ ਗਈਆਂ, ਤੇ ਮੇਰੀ ਵਾਈਫ ਲਈ ਇੰਨੇ ਘਟੀਆ ਮਤਲਬ ਕਮੈਂਟ ਕੀਤੇ ਗਏ, ਮੇਰੀ ਬੇਟੀ ਲਈ, ਮੇਰੇ ਬੇਟੇ ਲਈ, ਮੇਰੇ ਕਸੁੰਨ ਮਾਰਿਆ, ਮੇਰੇ ਡਾਂਗਾ ਮਾਰੀਆਂ, ਅਲਸਬਰਾਟੇ ਜਿਹੜੇ ਗੁੰਡਾ ਗਰੋਹ ਇੱਥੇ ਫਿਰਦੇ ਆ। ਹਾਂਜੀ, ਪਰ ਫਿਰ ਵੀ ਅਸੀਂ ਖੜੇ ਹਾਂ। ਜਿੰਨਾ ਚਿਰ ਤੱਕ ਬਾਬੇ ਨਾਨਕ ਨੇ ਸਾਡੀ ਜ਼ੁਬਾਨ ਨੂੰ ਤੱਕ ਦਿੱਤੀ, ਬੋਲਾਂਗੇ, ਜ਼ਰੂਰ ਬੋਲਾਂਗੇ। ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ